ਮਿੰਟੂ ਜੀ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਫੋਟੋ ਨੂੰ ਲਗਾਉਣ ਕਰਕੇ ਨੌਜਵਾਨ ਦੀ ਗ੍ਰਿਫਤਾਰੀ ਹੋਈ ਹੈ। हाँ जी, ये गिरफ्तारी हुई है जबलपुर यानी मध्य प्रदेश के विच। और ये जिहड़ा नौजवान है दा नाम सीगा जस, प्रभजोत सिंह जस, जिसनों गिरफ्तार किया गया है क्राइम ब्रांच वालों। दस्सिया जा रहा है कि ये नौजवान जिहड़ा एक प्रकाश पुरब के मौके ते चल रहा समागम सीगा, उहदे विच शिरकत करने वास्ते पहुंचा होया सीगा। ਤਾਂ ਉੱਥੇ ਇਹਦੇ ਟਰੈਕਟਰ ਤੇ ਕੋਈ ਮਿਊਜ਼ਿਕ ਸਿਸਟਮ ਲੱਗਾ ਸੀਗਾ, ਤਾਂ ਉਹਦੇ ਵਿੱਚ ਤਸਵੀਰ ਸੀਗੀ ਤੇ ਉਹਦੇ ਵਿੱਚ ਇੱਕ ਕੈਪਸ਼ਨ ਵੀ ਲਿਖੀ ਸੀਗੀ ਕਿ ਨੋ ਕੰਪੀਟੀਸ਼ਨ। ਤਾਂ ਇਸ ਤੋਂ ਬਾਅਦ ਇਹਨੂੰ ਪਹਿਲਾਂ ਤਾਂ ਰੋਕਿਆ ਗਿਆ ਕਿ ਉੱਥੇ ਜਿਹੜੇ ਕੁਝ ਗੀਤ ਵਗੈਰਾ ਵਜਾਏ ਜਾ ਰਹੇ ਸੀਗੇ, ਤਾਂ ਉਸ ਤੋਂ ਬਾਅਦ ਫਿਰ ਪੁਲਿਸ ਨੇ ਜਿਹੜਾ ਹੈ ਉਹ ਇਸ ਨੂੰ ਗ੍ਰਿਫਤਾਰ ਕਰ ਲਿਆ। ਤਾਂ ਖੈਰ ਦੇਖੋ ਗੱਲ ਕੀ ਹੈ ਕਿ ਐਸੀ ਇੱਕ ਫੋਟੋ ਲੱਗੀ ਹੈ ਜਿਹਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦਿਖ ਰਹੇ ਤਾਂ ਕੈਪਸ਼ਨ ਲਿਖੀ ਹੈ, ਤਾਂ ਮੇਰੇ ਖਿਆਲ ਦੇ ਨਾਲ ਬੜਾ ਮਾਮਲਾ ਜਿਹੜਾ ਉਹ ਵੱਖਰੀ ਬਹਿਸ ਦਾ ਬਣ ਜਾਂਦਾ। ਹਾਲਾਂਕਿ ਤੁਸੀਂ ਕਿਸ ਦੇ ਸਪੋਰਟਰ ਹੋ, ਕਿਸ ਦੇ ਸਪੋਰਟਰ ਨਹੀਂ ਹੋ, ਆਈਡੀਓਲੋਜੀ ਕਿਸ ਦੀ ਕਿਸ ਤਰ੍ਹਾਂ ਨਾਲ ਹੈ, ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਨਾਲ ਹੈ, ਤਾਂ ਉਹ ਵੱਖੋ ਵੱਖਰੇ ਵਿਸ਼ੇ ਨੇ। ਮਾਮਲਾ ਕੀ ਹੈ ਕਿ ਕੁਝ ਦਿਨ ਪਹਿਲਾਂ ਇੱਧਰ ਦੇਖੋ ਕਿ ਪੰਜਾਬ ਦੇ ਵਿੱਚ ਕੀ ਹੋਇਆ ਸੀਗਾ ਕਿ ਇੱਕ ਵਿਅਕਤੀ ਨੇ ਦਰਬਾਰ ਸਾਹਿਬ ਦੇ ਵਿੱਚ ਟਾਈਟਲਰ ਦੀ ਫੋਟੋ ਲੱਗੀ ਟੀ-ਸ਼ਰਟ ਪਾ ਲਈ ਸੀ, ਤੁਹਾਨੂੰ ਯਾਦ ਹੋਏਗਾ। ਉਸ ਤੋਂ ਬਾਅਦ ਉਹਦੀ ਗ੍ਰਿਫਤਾਰੀ ਹੋ ਗਈ, ਮਾਮਲਾ ਚਲੇ ਗਿਆ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਨੇ ਇੱਕ ਨੂੰ ਜ਼ਮਾਨਤ ਦਿੱਤੀ ਹੈ ਬੀਤੇ ਦਿਨ। ਜਦੋਂ ਬੀਤੇ ਰੋਜ਼ ਉਹਨੂੰ ਜ਼ਮਾਨਤ ਮਿਲੀ ਤਾਂ ਹਾਈ ਕੋਰਟ ਨੇ ਇੱਕ ਸਾਫ਼ ਗੱਲ ਕਹੀ। ਹਾਈ ਕੋਰਟ ਜਿਹੜੀ ਕਿ ਆਪਣੀ ਇੱਥੋਂ ਦੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਆ, ਤਾਂ ਉਹਨਾਂ ਨੇ ਸਾਫ਼ ਕਿਹਾ ਕਿ ਦੇਖੋ ਕਿਸੇ ਦੀ ਤਸਵੀਰ ਲੱਗੀ ਟੀ-ਸ਼ਰਟ ਪਾਉਣ ਦੇ ਨਾਲ ਅਸ਼ਾਂਤੀ ਨਹੀਂ ਫੈਲਦੀ, ਮਤਲਬ ਕਿ ਬਈ ਪੀਸ ਨੂੰ ਕੋਈ ਖਤਰਾ ਨਹੀਂ ਹੈ। ਜੇ ਫਿਰ ਤਸਵੀਰ ਦੇ ਨਾਲ ਇੱਕ ਥਾਂ ਤੇ ਕਿਤੇ ਵੀ ਪੀਸ ਨੂੰ ਜਾਂ ਹਾਰਮੋਨੀ ਨੂੰ ਕੋਈ ਖਤਰਾ ਨਹੀਂ ਹੈ, ਤਾਂ ਫਿਰ ਦੂਜੀ ਥਾਂ ਤੇ ਕਿਸ ਤਰ੍ਹਾਂ ਇਹ ਜਿਹੜਾ ਵਿਧਾਨ ਹੈ ਅਲੱਗ ਹੋ ਸਕਦਾ ਹੈ। ਹਾਲਾਂਕਿ ਉਸ ਨੌਜਵਾਨ ਨੇ ਜੇ ਕੋਈ ਹੋਰ ਗਲਤੀ ਕੀਤੀ ਹੈ ਤਾਂ ਉਹਦਾ ਤਾਂ ਆਪਾਂ ਨਹੀਂ ਕਹਿ ਸਕਦੇ, ਪਰ ਜਿੰਨੀਆਂ ਵੀ ਰਿਪੋਰਟਾਂ ਨੇ ਉਹਦੇ ਮੁਤਾਬਕ ਤਾਂ ਤਸਵੀਰ ਤੋਂ ਗ੍ਰਿਫਤਾਰੀ ਹੋਈ ਆ। ਤਾਂ ਫਿਰ ਜੇ ਇੱਕ ਥਾਂ ਤੇ ਹਾਈ ਕੋਰਟ ਦਾ ਇਹ ਮੰਨਣਾ ਤਾਂ ਦੂਸਰੀ ਥਾਂ ਤੇ ਇਹ ਚੀਜ਼ ਜਿਹੜੀ ਹੈ ਵੱਖ ਕਿੱਦਾਂ ਹੋ ਸਕਦੀ? ਇੱਕ ਬਹੁਤ ਵੱਡਾ ਸਵਾਲ ਹੈ ਕਾਨੂੰਨੀ ਨੁਕਤੇ ਨਿਗਾਹ ਦੇ ਨਾਲ। ਜੀ ਮਿੰਟੂ ਜੀ, ਪੰਜਾਬ ਦੇ ਮੁੱਖ ਮੰਤਰੀ ਨੂੰ ਲੈ ਕੇ ਖਬਰਾਂ ਵੀ ਉਦਯੋਗਪਤੀਆਂ ਨੂੰ ਸੱਦਣ 'ਚ ਵਿਅਸਤ ਹੈਗੇ ਆ, ਪਰ ਪੰਜਾਬ ਵਾਲੇ ਉਦਯੋਗਪਤੀ ਆ ਜਿਹੜੇ ਉਹ ਬਾਹਰ ਨੂੰ ਨਿਕਲ ਚੱਲੇ। ਦੇਖੋ ਸਿਆਣਿਆਂ ਨੇ ਸਾਨੂੰ ਬੜੀਆਂ ਗੱਲਾਂ ਸਮਝਾਈਆਂ ਨੇ, ਉਹ ਜਿਹੜੀਆਂ ਪੰਜਾਬੀ 'ਚ ਕਹਾਵਤਾਂ ਨੇ, ਮੁਹਾਵਰੇ ਨੇ, ਅਖੌਤਾਂ ਨੇ, ਉਹ ਫਿਲਾਸਫੀਆਂ ਨੇ ਐਕਚੁਅਲ 'ਚ ਅਸੀਂ ਭੁੱਲਦੇ ਜਾ ਰਹੇ ਹਾਂ। ਤਾਂ ਉਹਨਾਂ ਨੇ ਕਿਹਾ, ਉਹ ਕਹਿੰਦੇ ਆ ਕਿ ਤੜੀਆਂ ਛੱਡ ਕੇ ਉੱਡਦੀਆਂ ਦੇ ਮਗਰ ਨਹੀਂ ਦੌੜੀਦਾ। ਮਤਲਬ ਸਾਫ਼ ਆ ਕਿ ਜੋ ਤੁਹਾਡੇ ਖੁੱਡੇ ਦੇ ਵਿੱਚ ਤੜੀਆਂ ਨੇ ਨਾ, ਉਹਨਾਂ ਦੀ ਹਿਫਾਜ਼ਤ ਚੰਗੀ ਤਰ੍ਹਾਂ ਕਰ ਲਓ। ਜੇ ਉੱਡਦੀਆਂ ਫੜਨ ਗਏ ਤੇ ਪਿੱਛੋਂ ਖੁੱਡਾ ਚੰਗੀ ਤਰ੍ਹਾਂ ਤੁਸੀਂ ਬੰਦ ਨਾ ਕੀਤਾ ਤੇ ਉਹ ਵੀ ਨਿਕਲ ਜਾਸੀ। ਸੋ ਇਸ ਕਰਕੇ ਉਹ ਆਪਣੇ ਆਪ ਦੇ ਵਿੱਚ ਸਮਝਾਇਆ ਗਿਆ ਕਿਸੇ ਵੀ ਵਿਅਕਤੀ ਨੂੰ, ਜੋ ਤੇਰੇ ਕੋਲ ਹੈ ਉਸ ਨੂੰ ਸੰਭਾਲ, ਜੋ ਨਹੀਂ ਹੈ ਉਹਦੇ ਵਾਸਤੇ ਐਵੇਂ ਮਨ ਦੀ ਭਟਕਣਾ ਲਾ ਕੇ ਕੁਛ ਨਹੀਂ ਹਾਸਲ ਕਰ ਸਕੇਗਾ। ਸਾਫ਼ ਹੈ। ਤਾਂ ਇੱਥੇ ਕੀ ਹੈ ਕਿ ਸਾਡੇ ਜਿਹੜੇ ਉਦਯੋਗਪਤੀ ਆ ਉਹ ਤੇ ਮਿਲ ਰਹੇ ਨੇ ਯੋਗੀ ਆਦਿੱਤਿਆਨਾਥ ਨੂੰ, ਤੇ ਸਾਡੇ ਚੀਫ ਮਿਨਿਸਟਰ ਮਿਲ ਰਹੇ ਨੇ ਜਾ ਕੇ ਤਮਿਲਨਾਡੂ ਦੇ ਵਿੱਚ ਜਾਂ ਆਂਧਰਾ ਪ੍ਰਦੇਸ਼ ਦੇ ਵਿੱਚ ਜਾਂ ਤੇਲੰਗਾਨਾ ਦੇ ਵਿੱਚ ਕਿ ਅਸੀਂ ਜੀ ਇਨਵੈਸਟਰ ਲੈ ਕੇ ਆਉਣੇ ਨੇ। ਤਾਂ ਇਹ ਤਾਂ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ ਨਾ, ਕਿਉਂਕਿ ਅਟਲ ਪੂਰਵਾਂਚਲ ਉਦਯੋਗਿਕ ਵਿਕਾਸ ਪਰਿਸ਼ਦ ਦੇ ਬੈਨਰ ਹੇਠ ਇੱਕ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗ ਲੁਧਿਆਣਾ ਦੇ ਮੁਖੀ ਜਿਹੜੇ ਪਰਿਸ਼ਦ ਦੇ ਚੇਅਰਮੈਨ ਵੀ ਹਨ TR ਮਿਸ਼ਰਾ, ਉਹਨਾਂ ਨੇ ਪੰਜਾਬ ਦੇ ਉਦਯੋਗਾਂ ਦੀ ਅਗਵਾਈ ਕੀਤੀ ਉੱਥੇ ਜਾ ਕੇ, ਜਿਹਦੇ ਵਿੱਚ A1 ਸਾਈਕਲ ਹੈ, ਹਿਸਾਬ ਲਾ ਲਓ ਕਿੰਨਾ ਵੱਡਾ ਗਰੁੱਪ ਹੈ, ਹੀਰੋ ਸਾਈਕਲ। ਤਾਂ ਇਹ ਜਿਹੜੇ ਪ੍ਰਮੁੱਖ ਬ੍ਰਾਂਡ ਨੇ ਉਹ ਉੱਥੇ ਜਾ ਕੇ ਗੱਲਬਾਤ ਕਰ ਰਹੇ ਨੇ। ਤਾਂ ਯੂਪੀ ਸਰਕਾਰ ਉਹਨਾਂ ਨੂੰ ਕਹਿ ਰਹੀ ਹੈ ਕਿ ਤੁਸੀਂ ਇੱਥੇ ਆਓ, ਸਸਤੀਆਂ ਦਰਾਂ ਤੇ ਸਰਦਾਰ ਜੀ ਤੁਹਾਨੂੰ ਬਿਜਲੀ ਮਿਲੇਗੀ, 24 ਘੰਟੇ ਬਿਜਲੀ ਦੇਵਾਂਗੇ, ਲਾਅ ਐਂਡ ਆਰਡਰ ਤੁਸੀਂ ਦੇਖ ਲਓ। ਕਹਿੰਦੇ ਕਿ ਯੋਗੀ ਸਾਹਿਬ ਨੇ ਕਿਸ ਤਰ੍ਹਾਂ ਟਣਕਾ ਕੇ ਬਣਾਇਆ ਹੋਇਆ, ਕੋਈ ਤੁਹਾਨੂੰ ਗੁੰਡਾ ਟੈਕਸ ਨਹੀਂ, ਕੋਈ ਡੰਡਾ ਟੈਕਸ ਨਹੀਂ ਹੈ। ਹੁਣ ਦੇਖੋ ਇਹ ਇੱਕ ਬੜੀ ਵੱਡੀ ਗੱਲ ਆ, ਕਿਉਂਕਿ ਪਿਛਲੇ ਸਾਲ ਵੀ ਇਸੇ ਤਰ੍ਹਾਂ ਦੀ ਹੀ ਇੱਕ ਮੀਟਿੰਗ ਹੋਈ ਸੀ ਪ੍ਰਵੇਸ਼ ਜੀ। ਉਸ ਤੋਂ ਪਿਛਲੇ ਸਾਲ ਵੀ ਕੋਰੋਨਾ ਕਰਕੇ ਚਲੋ ਉਨੀ ਜ਼ਿਆਦਾ ਗੱਲ ਨਹੀਂ ਸੀ ਬਣੀ, ਤਾਂ ਉਸ ਟਾਈਮ ਵੀ ਸਾਡੇ ਉਦਯੋਗਪਤੀਆਂ ਨੇ ਕਿਹਾ ਸੀਗਾ ਕਿ ਜੇ ਤੁਸੀਂ ਸਾਡੀ ਬਾਂਹ ਨਹੀਂ ਫੜੋਗੇ, ਲੁਧਿਆਣੇ ਚੋਂ ਖਾਸ ਤੌਰ ਤੇ ਆਵਾਜ਼ ਉੱਠੀ ਸੀ ਕਿ ਜੇਕਰ ਤੁਸੀਂ ਇਸੇ ਤਰ੍ਹਾਂ ਬੇਰੁਖੀ ਦਿਖਾਓਗੇ ਤਾਂ ਅਸੀਂ ਬਈ ਯੂਪੀ ਚਲੇ ਜਾਵਾਂਗੇ, ਕਿਉਂਕਿ ਯੂਪੀ ਵਾਲੇ ਸਾਨੂੰ ਆਫਰ ਦੇ ਰਹੇ ਨੇ। ਕਿਉਂਕਿ ਤੁਸੀਂ ਦੇਖੋ ਯੂਪੀ ਦੇ ਵਿੱਚ ਕੀ ਹੈ, ਸਾਡੇ ਇੱਥੇ ਲੇਬਰ ਕਿੱਥੋਂ ਆਉਂਦੀ ਹੈ? ਯੂਪੀ ਤੇ ਬਿਹਾਰ ਚ। ਹੁਣ ਯੂਪੀ ਬੰਦ ਹੋ ਰਿਹਾ ਹੈ, ਕੱਲਾ ਬਿਹਾਰ ਰਹਿ ਗਿਆ। ਫਰਜ਼ ਕਰੋ ਬਿਹਾਰ ਵੀ ਡਿਵੈਲਪ ਹੋ ਜਾਂਦਾ, ਸਾਡੇ ਕੋਲ ਲੇਬਰ ਨਹੀਂ ਆਏਗੀ। ਕਿਉਂ? ਕਿਉਂਕਿ ਉਹਨਾਂ ਦੇ ਕੋਲ ਉੱਥੇ ਉਦਯੋਗ ਹੋਏਗਾ।
ਤਾਂ ਇਹਦਾ ਮਤਲਬ ਇਹ ਹੈ ਕਿ ਉਹਨਾਂ ਕੋਲ ਲੇਬਰ ਤਾਂ ਆਲਰੇਡੀ ਹੈ। ਦੇਖੋ ਉਦਯੋਗ ਵਾਸਤੇ 3 L ਬਹੁਤ ਜ਼ਰੂਰੀ ਹੈ। ਪਹਿਲਾ L ਲੈਂਡ, ਦੂਜਾ L ਲੇਬਰ, ਤੀਜਾ ਲਾਅ। 3 ਚੀਜ਼ਾਂ ਜਿਹੜੀਆਂ 3 L ਬਹੁਤ ਜ਼ਰੂਰੀ ਹੁੰਦੀਆਂ ਕਿ ਇਹੀ ਮਾਹੌਲ ਬਣਾਉਂਦੀਆਂ ਉਦਯੋਗਪਤੀ ਵਾਸਤੇ ਕਿ ਕਾਨੂੰਨ ਉਹਦੇ ਪੱਖ 'ਚ ਬਣ ਜਾਣ, ਲੈਂਡ ਸਸਤੀ ਹੋਵੇ ਤੇ ਨਾਲ ਲੇਬਰ ਸਸਤੀ ਹੋਵੇ, ਤੇ ਇੱਕ L ਆਪਾਂ ਪੰਜਾਬੀ ਵਾਲੇ ਲਾ ਦਿੰਦੇ ਕਿ ਲਾਈਟ ਹੋਵੇ 24 ਘੰਟੇ। ਇਹ ਚੀਜ਼ਾਂ ਬਹੁਤ ਜ਼ਰੂਰੀ ਹੈ। ਤਾਂ ਉਹ ਦੇ ਰਹੇ ਤਾਂ ਅਗਲੇ ਜਾਓਗੇ। ਹੁਣ ਇੱਥੇ ਆਪਣੇ ਪੰਜਾਬ ਦੇ ਵਿੱਚ ਸਾਰਾ ਕੁਝ ਉਲਟਾ ਹੈ, ਲੈਂਡ ਵੀ ਮਹਿੰਗੀ, ਲੇਬਰ ਵੀ ਮਹਿੰਗੀ, ਤੇ ਜੇ ਇਸ ਤੋਂ ਇਲਾਵਾ ਤੁਸੀਂ ਦੇਖੋ ਕਿ ਲਾਅ ਐਂਡ ਆਰਡਰ, ਉਹ ਤੇ ਕਹਿਣ ਦੀ ਜ਼ਰੂਰਤ ਨਹੀਂ, ਉਹ ਤੇ ਹੁਣ ਕੈਨੇਡਾ ਤੱਕ ਸਾਡੀਆਂ ਧੁੰਮਾਂ ਪੈ ਰਹੀਆਂ। ਤਾਂ ਖੈਰ ਇਹ ਜਿਹੜੀ ਮੀਟਿੰਗ ਹੋਈ ਹੈ ਇਹਦੇ ਵਿੱਚ ਬਹੁਤ ਵੱਡੇ ਉਦਯੋਗਪਤੀ ਜਾ ਕੇ ਉੱਥੇ ਗੱਲਬਾਤ ਕਰ ਰਹੇ ਨੇ ਤੇ ਉਹ ਭਰੋਸਾ ਪ੍ਰਗਟਾ ਰਹੇ ਨੇ ਯੋਗੀ ਆਦਿੱਤਿਆਨਾਥ ਤੇ। ਉਹ ਕਹਿੰਦੇ ਜੀ ਆ ਜਾਓ, ਤੇ ਤਕਰੀਬਨ 2,30,000 ਕਰੋੜ ਰੁਪਏ ਦੇ ਸਮਝੌਤਿਆਂ ਤੇ ਕਹਿੰਦੇ ਕਿ 10 ਤੱਕ ਕਰ ਦਿੱਤੇ ਗਏ। ਹਿਸਾਬ ਲਾ ਲਓ, ਇਨਵੈਸਟਮੈਂਟ ਸਾਡੇ ਤੇ ਕੀ ਆਉਣਾ ਸੀਗਾ ਉਹਦਾ ਹਾਲੇ ਪਤਾ ਨਹੀਂ ਹੈ ਕਿੰਨਾ ਆਏਗਾ ਕਿ ਨਹੀਂ, ਪਰ ਦੂਜੇ ਪਾਸੇ ਇਨਵੈਸਟਮੈਂਟ ਜਿਹੜਾ ਸਾਡੇ ਇੱਥੇ ਲੱਗਿਆ ਸੀ ਉਹ ਵੀ ਜਾਣਾ ਸ਼ੁਰੂ ਹੋ ਗਿਆ। ਇਹਨੂੰ ਬਚਾਉਣ ਦੀ ਜ਼ਰੂਰਤ ਹੈ। ਤਾਂ ਹੀ ਮੈਂ ਕਿਹਾ ਸੀਗਾ ਕਿ ਭਾਈ ਜੋ ਤੜੀਆਂ ਨੇ ਉਹਨਾਂ ਦਾ ਖਿਆਲ ਰੱਖੋ, ਉੜਦੀਆਂ ਆਪਾਂ ਫੇਰ ਫੜ ਲਵਾਂਗੇ, ਕੋਈ ਗੱਲ ਨਹੀਂ ਹੈ। ਜੋ ਇੱਥੇ ਬਚਿਆ ਖੁਚਿਆ ਦੀ ਹੋ ਗਿਆ ਇਹਨੂੰ ਬਚਾਉਣ ਦੀ ਜ਼ਰੂਰਤ ਹੈ। ਮਿੰਟੂ ਜੀ, ਇੱਕ ਚੋਰ ਕੋਲੋਂ AK-56 ਮਿਲੀ ਆ, ਹੁਣ ਬਰਖਾਸਤ ਥਾਣੇਦਾਰ ਨੂੰ ਜੇਲੋਂ ਲਿਆਂਦਾ ਜਾਊਗਾ। ਹਾਂ ਦੇਖੋ, ਜੇ ਚੋਰਾਂ ਕੋਲੋਂ AK-56 ਮਿਲਣ ਲੱਗੀ ਤੇ ਜਿਹੜੇ ਡਕੈਤ ਨੇ ਜਿਹੜੇ ਇਹਨਾਂ ਤੋਂ ਵੱਡੇ ਨੇ ਥੋੜੇ ਜਿਹੇ ਰੈਂਕ ਦੇ ਵਿੱਚ, ਤੇ ਉਹਨਾਂ ਦੇ ਕੋਲ ਤਾਂ ਫਿਰ ਮੈਨੂੰ ਲੱਗਦਾ ਕਿ ਟੈਂਕ ਹੀ ਹੋਇਆ ਕਰਨਗੇ ਗਾਂ ਜਿਹੜੇ ਹਿਸਾਬ ਨਾਲ ਕੰਮ ਚੱਲਣ ਡਿਆ। ਇਹ ਮਾਮੂਲੀ ਜਿਹਾ ਚੋਰ ਫੜਿਆ ਤੁਰਿਆ ਜਾਂਦਾ ਸੀ ਕਿਤੇ, ਪੁਲਿਸ ਨੇ ਸ਼ੱਕੀ ਹਾਲਤ ਦੇ ਵਿੱਚ ਕਾਬੂ ਕਰ ਲਿਆ। 1-2 ਦਿਨ ਚੰਗੀ ਖਾਤਰਦਾਰੀ ਕਰਕੇ ਤੇ ਜਦੋਂ ਮਨਾਇਆ ਤੇ ਕਹਿੰਦਾ ਜੀ ਹੋਰ ਤੇ ਕੁਛ ਨਹੀਂ, ਆਪਣੇ ਕੋਲ AK-56 ਪਈ ਹੈ ਕੋਲ, ਹੋਰ ਤਾਂ ਕੁਛ ਨਹੀਂ, ਤੇਰੇ ਕੋਲ AK-56 ਉਹਦੀ ਸੰਜੇ ਦੱਤ ਕੋਲ ਹੁੰਦੀ ਸੀ। ਸੰਜੇ ਦੱਤ ਨੇ ਤਾਂ ਬਈ ਆਪਣਾ ਫੁਆੜਾ ਜਿਹੜਾ ਸੀਗਾ ਨਵੇੜਿਆ ਮਸਾ, ਤੇਰੇ ਕੋਲ 56 ਕਿੱਥੋਂ ਆਏ? ਉਹ ਕਹਿੰਦਾ ਜੀ ਬਸ ਹੱਥ ਮਾਰਨ ਗਿਆ ਸੀਗਾ, ਹੱਥ 'ਚ ਇਹ ਲੱਗ ਗਈ। ਮੈਂ ਕਿਹਾ ਹੁਣ ਖਾਲੀ ਹੱਥ ਕਿਉਂ ਉਹਨਾਂ ਨਾਲ ਇਹ ਲੈ ਚੱਲੀਏ। ਆਖੇ ਚੱਕੀ ਕਿੱਥੋਂ ਆ? ਚੱਕੀ ਜੀ ਇੱਕ ਬੰਦ ਸਰਵਿਸ ਸਟੇਸ਼ਨ ਪਿਆ ਉੱਥੇ ਮੈਂ ਵੜਿਆ ਸੀਗਾ, ਕੋਈ ਹੋਰ ਜਗਾੜ ਸੂਤ ਨਹੀਂ ਲੱਗਾ ਤੇ ਇਹ ਲੈ ਆਂਦੀ ਹੈ। ਤੇ ਆਪਣੇ ਕਿਸ ਕੰਮ ਤੁਸੀਂ ਲੈ ਲਓ ਜੇ ਕਿਤੇ ਕੰਮ ਆਉਂਦੀ ਆ। ਇਹ ਬੜੀ ਅਚਰਜ ਵਾਲੀ ਗੱਲ ਸੀ ਕਿ AK-56 ਰਾਈਫਲ। ਹੁਣ ਦੇਖੋ ਇਹ ਜਿਹੜੀਆਂ ਇੰਡੀਆ ਦੇ ਵਿੱਚ ਨਾ ਇਹਨਾਂ ਚੀਜ਼ਾਂ ਦੇ ਲਾਇਸੈਂਸ ਨਹੀਂ ਮਿਲਦੇ ਪ੍ਰਵੇਸ਼ ਜਿਹੜੇ ਸੈਮੀ ਆਟੋਮੈਟਿਕ ਹਥਿਆਰ ਨੇ ਜਾਂ ਆਟੋਮੈਟਿਕ ਹਥਿਆਰ ਨੇ, ਇਹਨਾਂ ਦਾ ਕੋਈ ਵੈਪਨ ਨਹੀਂ ਹੈ, ਕੋਈ ਵੈਪਨ ਦਾ ਲਾਇਸੈਂਸ ਨਹੀਂ ਹੁੰਦਾ, ਕਿਸੇ ਕੋਲ ਬਣ ਹੀ ਨਹੀਂ ਸਕਦਾ। ਤਾਂ ਗੱਲ ਕੀ ਹੈ ਕਿ ਇਹ ਜਦੋਂ ਫਿਰ ਇਹਨਾਂ ਨੇ ਥੋੜਾ ਜਿਹਾ ਉਧੇੜਿਆ ਇਸ ਮਾਮਲੇ ਨੂੰ, ਤਾਂ ਜਿਹੜਾ ਪੁਰਾਣਾ ਸਰਵਿਸ ਸਟੇਸ਼ਨ ਬੰਦ ਪਿਆ ਸੀਗਾ ਤਾਂ ਉਹ ਇੱਕ ਵਿਅਕਤੀ ਦਾ ਸੀਗਾ। ਐਕਚੁਅਲ ਦੇ ਵਿੱਚ ਉਹ ਵਿਅਕਤੀ ਵੀ ਸਜ਼ਾ ਯਾਫਤਾ ਸੀਗਾ, ਔਰ ਉਸ ਵਿਅਕਤੀ ਤੋਂ ਜਦੋਂ ਪੁੱਛਗਿੱਛ ਕੀਤੀ, ਕਿਉਂਕਿ ਹਾਲ ਦੇ ਦਿਨਾਂ ਦੇ ਵਿੱਚ ਉਹ ਕੈਦ ਕੱਟ ਕੇ ਆਇਆ, ਤਾਂ ਉਹਨੇ ਕਹਾ ਨਾਂ ਲਿਆ ਬਰਖਾਸਤ ਇੰਸਪੈਕਟਰ ਨੌਰੰਗ ਸਿੰਘ ਦਾ, ਜਿਹੜਾ ਬਹੁਤ ਬਦਨਾਮ ਇੰਸਪੈਕਟਰ ਸੀਗਾ ਕਿਸੇ ਟਾਈਮ ਦਾ। ਤਾਂ ਬਾਅਦ ਦੇ ਵਿੱਚ ਇਹਨੂੰ ਸਜ਼ਾ ਹੋਈ ਉਮਰ ਕੈਦ, ਕਿਉਂਕਿ ਇਹਨਾਂ ਨੇ 2014-15 ਦੇ ਵਿੱਚ ਇੱਕ ਕੈਦੀ ਹੀ ਅਗਵਾ ਕਰ ਲਿਆ ਸੀ ਹਸਪਤਾਲ ਦੇ ਵਿੱਚੋਂ, ਤੇ ਬਾਅਦ ਦੇ ਵਿੱਚ ਉਹਦੀ ਲਾਸ਼ ਮਿਲੀ ਸੀਗੀ। ਹੋਰ ਵੀ ਇਹਦੇ ਬਹੁਤ ਸਾਰੇ ਕਿੱਸੇ ਨੇ। ਮਾਝੇ ਦੇ ਵਿੱਚ ਬੜਾ ਬਦਨਾਮ ਆਫੀਸਰ ਰਿਹਾ ਕਿਸੇ ਟਾਈਮ। ਤਾਂ ਹੁਣ ਪੁਲਿਸ ਕਹਿੰਦੀ ਹੈ ਕਿ ਇਹਨੂੰ ਨਰੰਗੇ ਨੂੰ ਲਿਆ ਕੇ ਤੇ ਫਿਰ ਪੁੱਛਾਂਗੇ ਕਿ AK-56 ਕਿੱਥੋਂ ਆਈ। ਤਾਂ ਤੁਸੀਂ ਹਿਸਾਬ ਲਾ ਲਓ ਕਿ ਪੁਲਿਸ ਦੇ ਕੋਲ ਜਾਂ ਪੁਲਿਸ ਦੀ ਵਰਦੀ ਦੇ ਵਿੱਚ ਜਿਹੜੇ ਇਹੋ ਜਿਹੇ ਸ਼ੈਤਾਨ ਫਿਰਦੇ ਨੇ, ਉਹਨਾਂ ਦੇ ਕੋਲ ਇਸ ਤਰ੍ਹਾਂ ਦੇ ਖਤਰਨਾਕ ਹਥਿਆਰ ਕਿੱਥੋਂ ਆਏ ਆ? ਵੱਡਾ ਸਵਾਲ ਆ। ਅਸੀਂ ਤੇ ਅੱਜ ਰੋਂਦੇ ਆ ਕਿ ਗੈਂਗਸਟਰਾਂ ਕੋਲ ਕਿੱਥੋਂ ਆ ਗਏ, ਤੇ ਇਹ ਜਿਹੜੇ 7-8 ਸਾਲ ਪਹਿਲਾਂ 9 ਸਾਲ ਪਹਿਲਾਂ ਇਹੋ ਜਿਹੇ ਮੁਕੱਦਮਿਆਂ 'ਚ ਫਸੇ ਤੇ ਮੁੜ ਕੇ ਸਜ਼ਾ ਵੀ ਖਾ ਬੈਠੇ, ਇਹਨਾਂ ਦੇ ਕੋਲ ਇਹ ਵੈਪਨ ਕਿੱਥੋਂ ਆਏ? ਤੇ ਵੱਡਾ ਸਵਾਲ ਹੈ ਕਿ ਇਹਨਾਂ ਦਾ ਕਰਦੇ ਕੀ ਸਨ ਜੀ। ਤੇ ਜਿਨ੍ਹਾਂ ਦੇ ਕੋਲ ਇਸ ਤਰ੍ਹਾਂ ਦੇ ਵੈਪਨ ਨੇ, ਜਿਨ੍ਹਾਂ ਦੇ ਕੋਲ ਇਸ ਤਰ੍ਹਾਂ ਦੇ ਹਥਿਆਰ ਨੇ ਜਾਂ ਹਥਿਆਰ ਪਹੁੰਚਾਉਣ ਵਾਲੇ ਨੇ, ਤਾਂ ਉਹ ਕਿੱਥੋਂ ਤੱਕ ਜਾਂਦੇ ਹੋਣਗੇ, ਉਹ ਕਿੱਥੋਂ ਤੱਕ ਪਹੁੰਚਦੇ ਹੋਣਗੇ, ਕਿੰਨੇ ਗੁਨਾਹ ਕਰਦੇ ਹੋਣਗੇ? ਇਹ ਤਾਂ ਸਹੀ ਅੰਦਾਜ਼ਾ ਲੱਗਦਾ। ਇਹ ਮਾਮਲਾ ਜਿਹੜਾ ਪੁਲਿਸ ਵਾਸਤੇ ਹੀ ਫਜ਼ੀਅਤ ਦਾ ਸਬੱਬ ਬਣ ਗਿਆ। ਹੁਣ ਇਹਨੂੰ ਲਿਆਉਣਗੇ ਰਿਮਾਂਡ ਤੇ, ਉਸ ਤੋਂ ਬਾਅਦ ਫਿਰ ਕਹਾਣੀ ਸਾਫ਼ ਹੋਏਗੀ ਕਿ ਐਕਚੁਅਲ 'ਚ AK-56 ਆਈ ਤੇ ਆਈ ਕਿੱਥੋਂ ਆ। ਬਿਲਕੁਲ। ਮਿੰਟੂ ਜੀ, ਤੁਸੀਂ ਦੱਸੋ ਜੀ, ਲਤੀਫਪੁਰ ਮਾਮਲੇ 'ਚ ਅਫਸਰ ਇੱਕ ਦੂਜੇ ਤੇ ਸੁੱਟਦੇ ਵਿਖਾਈ ਦਿੱਤੇ, ਕੁਛ ਕੀ ਸੁੱਟ ਰਹੇ ਸੀਗੇ ਇਹ? ਬਿਲਕੁਲ, ਇਹ ਜ਼ਿੰਮੇਵਾਰੀ ਜਿਹੜੀ ਆ ਉਹ ਇੱਕ ਦੂਜੇ ਤੇ ਸੁੱਟਣੀ ਸ਼ੁਰੂ ਕਰ ਚੁੱਕੇ ਆ। ਜ਼ਿੰਮੇਵਾਰੀ ਸੁੱਟ ਰਹੇ ਸੀ ਕਿ ਐਸਟੀ ਕਮਿਸ਼ਨ। ਹਾਂਜੀ, ਮੈਂ ਕਿਹਾ ਜ਼ਿੰਮੇਵਾਰੀ ਸੁੱਟ ਰਹੇ ਸੀ, ਮੈਨੂੰ ਇਹੀ ਨਹੀਂ ਸੀ ਸਮਝ ਆਇਆ। ਮੈਂ ਕਿਹਾ ਸਿੱਟ ਕੀ ਰਹੇ? ਹਾਂਜੀ, ਪੰਜਾਬੀ ਦੇ ਵਿੱਚ ਆਪਾਂ ਕਹ ਲਈਏ ਨਾ ਕਿ ਫਲਾਣਾ ਸੁੱਟ ਦੂਜੇ ਤੇ ਸੁੱਟ ਰਿਹਾ, ਇਹ ਮਤਲਬ ਕਿ ਆਪਣੀ ਜ਼ਿੰਮੇਵਾਰੀ ਦੂਜੇ ਤੇ ਸੁੱਟ ਰਿਹਾ। ਤਾਂ ਖੈਰ ਕੋਈ ਗੱਲ ਨਹੀਂ ਹੈ, ਤਾਂ ਕੋਈ ਚੱਕਰ ਹੀ ਨਹੀਂ ਹੈਗਾ। ਪੰਜਾਬੀ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਸ਼ਬਦਾਂ ਦਾ ਥੋੜਾ ਜਿਹਾ ਵੱਲ ਫੇਰ ਹੋ ਜਾਂਦਾ ਹੈ, ਕੋਈ ਚੱਕਰ ਨਹੀਂ ਹੈਗਾ। ਗੱਲ ਇਹ ਆ ਕਿ
ਹੁਣ ਦੇਖੋ ਹੋਇਆ ਕੀ ਆ ਕਿ ਲਤੀਫਪੁਰ ਦੀਆਂ ਖਬਰਾਂ ਤੁਸੀਂ ਦੇਖਿਆ ਹੋਣਾ ਕਿ ਜਿਹੜਾ ਇੱਥੋਂ ਦਾ ਮੁੱਖ ਮੀਡੀਆ ਹੈ, ਮੁੱਖ ਧਾਰਾ ਦਾ ਮੀਡੀਆ ਕਹਿ ਲਓ, ਕਿ ਉਹਦੇ ਤੋਂ ਬਿਲਕੁਲ ਸਾਈਡਲਾਈਨ ਹੋ ਚੁੱਕੀਆਂ ਨੇ। ਔਰ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਕੁਝ ਕਾਰਵਾਈਆਂ ਵੀ ਹੋਈਆਂ ਨੇ ਮੀਡੀਆ ਤੇ। ਉਹਨਾਂ ਚੀਜ਼ਾਂ ਦੇ ਜੇ ਤੁਸੀਂ ਸੰਦਰਭ ਲੱਭੋਗੇ ਤਾਂ ਸੰਦਰਭ ਵੀ ਇਹਨਾਂ ਦੇ ਨਾਲ ਹੀ ਜੁੜਦੇ ਨੇ ਜਾ ਕੇ, ਚਾਹੇ ਉਹ ਇਸ਼ਤਿਹਾਰ ਬੰਦ ਕਰਨ ਦੀ ਗੱਲ ਹੋਵੇ, ਚਾਹੇ ਕੁਝ ਪਰਚੇ ਵਗੈਰਾ ਦੀ ਗੱਲ ਹੋਵੇ, ਕਿ ਲਤੀਫਪੁਰਾ ਵਾਲੀਆਂ ਖਬਰਾਂ ਜਿਹੜੀਆਂ ਨੇ ਉਹ ਕਿਉਂ ਲੱਗੀਆਂ। ਉਸ ਤੋਂ ਬਾਅਦ ਫਿਰ ਅਚਾਨਕ ਤੁਹਾਨੂੰ ਪਤਾ ਜ਼ੀਰਾ ਦੇ ਵਿੱਚ ਹਲਚਲ ਹੁੰਦੀ ਹੈ, ਜ਼ੀਰਾ ਵੱਲ ਧਿਆਨ ਕੇਂਦਰਿਤ ਹੁੰਦਾ ਸਭ ਦਾ, ਤਾਂ ਲਤੀਫਪੁਰਾ ਜਿਹੜਾ ਕਿ ਤਕਲੀਫਪੁਰਾ ਬਣਿਆ ਪਿਆ ਸੀਗਾ, ਉਹਦੀਆਂ ਸਾਰੀਆਂ ਖਬਰਾਂ ਜਿਹੜੀਆਂ ਆਰਾਮ ਨਾਲ ਸਾਈਡਲਾਈਨ ਹੋ ਜਾਂਦੀਆਂ। ਪਰ ਇਹਦੇ ਚ ਕੀ ਹੈ ਕਿ ਕੇਂਦਰ ਸਰਕਾਰ ਉਹ ਆ ਗਈ ਹਰਕਤ ਦੇ ਵਿੱਚ, ਪਹਿਲਾਂ ਕੇਂਦਰੀ ਵਜ਼ੀਰ ਆਏ, ਤਾਂ ਇਹਦੇ ਚ ਹੁਣ ਐਸਸੀ ਕਮਿਸ਼ਨ ਦੇ ਜਿਹੜੇ ਚੇਅਰਮੈਨ ਆ ਉਹ ਵੀ ਇਨਵੋਲਵ ਹੋ ਗਿਆ, ਕਿਉਂਕਿ ਵਿਜੇ ਸਾਂਪਲਾ ਜਿਹੜੇ ਕੌਮੀ ਐਸਸੀ ਕਮਿਸ਼ਨ ਦੇ ਚੇਅਰਮੈਨ ਆ ਉਹ ਦੁਆਬੇ ਤੋਂ ਹੀ ਬਿਲੋਂਗ ਕਰਦੇ ਨੇ। ਤਾਂ ਬੁੱਧਵਾਰ ਨੂੰ ਉਹਨਾਂ ਨੇ ਜ਼ਿਲ੍ਹਾ ਦੇ ਪ੍ਰਸ਼ਾਸਨਿਕ ਅਧਿਕਾਰੀ, ਪੁਲਿਸ ਤੇ ਜਿਹੜੇ ਇੰਪਰੂਵਮੈਂਟ ਟਰਸਟ ਦੇ ਅਧਿਕਾਰੀ ਸੀ, ਇਹਨਾਂ ਦੇ ਨਾਲ ਇੱਕ ਮੀਟਿੰਗ ਕੀਤੀ ਸੀਗੀ ਸਰਕਟ ਹਾਊਸ ਦੇ ਵਿੱਚ। ਇਹਨਾਂ ਨੂੰ ਬੁਲਾਇਆ ਗਿਆ ਸੀਗਾ, ਯਾਨੀ ਕਹਿ ਲਓ ਕਿ ਮੀਟਿੰਗ ਵੀ ਕਾਹਦੀ ਕਿ ਇਹਨਾਂ ਨੂੰ ਕੱਲ ਵੀ ਕੀਤਾ ਗਿਆ ਸੀਗਾ। ਤਾਂ ਸਾਂਪਲਾ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਕਾਨਫਰੰਸ ਕਰਕੇ ਕਿ ਇਹਨਾਂ ਨੇ ਜੋ ਇਹ ਢਾਇਆ ਹੈ ਸਾਰਾ ਲਤੀਫਪੁਰਾ ਬਸਤੀ ਦਾ, ਮਤਲਬ ਕਿ ਢਾਂਚਾ ਜਿਹੜਾ ਘੇਰਿਆ ਵਾ, ਕਿ ਇਹਦਾ ਕੋਈ ਰਿਕਾਰਡ ਹੀ ਨਹੀਂ ਦਿਖਾ ਪਾਏ। ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਐਸੇ ਘਰ ਵੀ ਦੇਖ ਦਿੱਤੇ ਜੋ ਰਿਕਾਰਡ ਦੇ ਵਿੱਚ ਬੋਲਦੇ ਨੇ। ਇਹ ਇੱਕ ਵੱਡੀ ਗੱਲ ਹੈ। ਦੇਖੋ ਇਹ ਗੱਲ ਜਿਹੜੀ ਹੈ ਉਹ ਕੌਮੀ ਐਸਸੀ ਕਮਿਸ਼ਨ ਦੇ ਚੇਅਰਮੈਨ ਜੇ ਕਹਿ ਰਹੇ ਆ ਕਿ ਦੇਖੋ ਕਿ ਜਿਨ੍ਹਾਂ ਦੇ ਕੋਲ ਬਕਾਇਦਾ ਰੈਵਨਿਊ ਰਿਕਾਰਡ ਦੇ ਵਿੱਚ ਰਜਿਸਟਰੀ ਹੈ ਜਾਂ ਇੰਤਕਾਲ ਆ, ਉਹ ਜਿਹੜੇ ਚੜੇ ਹੋਏ ਰਿਕਾਰਡ ਦੇ ਵਿੱਚ ਘਰ ਆ ਉਹ ਵੀ ਢਾਹ ਦਿੱਤੇ ਗਏ। ਇਹ ਨਵਾਂ ਖੁਲਾਸਾ ਹੋ ਰਿਹਾ ਇਸ ਮਾਮਲੇ ਦੇ ਵਿੱਚ, ਕਿਉਂਕਿ ਆਪਾਂ ਜਿੰਨੀ ਕੋਈ ਜਾਣਕਾਰੀ ਹੁਣ ਤੱਕ ਸਰਕਾਰ ਤੋਂ ਸੁਣਦੇ ਸਾਂ ਤੇ ਇਹਨਾਂ ਨੇ ਕਿਹਾ ਸੀਗਾ ਕਿ ਨਹੀਂ ਦੇਖੋ ਜੀ ਇਹਨਾਂ ਦੇ ਕੋਲ ਹੈ ਹੀ ਨਹੀਂ ਹੈ ਕੁਛ, ਤੇ ਜਾ ਕਿਹਾ ਗਿਆ ਸੀਗਾ ਕਿ ਲੈਂਡ ਮਾਫੀਆ ਨੇ ਜਾਲੀ ਰਜਿਸਟਰੀਆਂ ਕਰਵਾਈਆਂ ਹੋਈਆਂ ਨੇ। ਪਰ ਇੱਥੇ ਸਾਰਾ ਕੁਛ ਹੈ ਜਿਹੜਾ ਉਹ ਤਕਰੀਬਨ ਕਹਿ ਲਓ ਕਿ ਬਦਲ ਗਿਆ। ਤਾਂ ਇਹਦੇ ਵਿੱਚ ਕੀ ਹੈ ਕਿ ਜਿਹੜੇ ਅਫਸਰ ਆ ਉਹ ਇੱਕ ਦੂਜੇ ਤੇ ਹੀ ਜ਼ਿੰਮੇਵਾਰੀ ਜਿਹੜੀ ਆ ਸੁੱਟ ਰਹੇ ਆ। ਨਗਮ ਦੇ ਜਿਹੜੇ ਕਮਿਸ਼ਨਰ ਆ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕੋਈ ਮਸ਼ੀਨਰੀ ਨਹੀਂ ਭੇਜੀ। ਡੀਸੀ ਨੇ ਜੇ ਉਹਨਾਂ ਦਾ ਪੱਖ ਦੇਖੀਏ ਤਾਂ ਡੀਸੀ ਨੂੰ ਵੀ ਰਿਕਾਰਡ ਨਹੀਂ ਦੇ ਪਾਇਆ ਟਰਸਟ ਜਿਹੜਾ ਹੈ ਉਹਨਾਂ ਨੂੰ ਵੀ ਰਿਕਾਰਡ ਨਹੀਂ ਦੇ ਪਾ ਰਿਹਾ। ਹੁਣ ਰਿਕਾਰਡ ਨੂੰ ਲੈ ਕੇ ਕਹਿੰਦੇ ਕਿ ਦਿੱਲੀ ਆਉਣਗੇ ਅਧਿਕਾਰੀ, ਮਤਲਬ ਕਿ ਜਿਹੜਾ ਕਮਿਸ਼ਨ ਹੈ ਉਹ ਕਹਿੰਦੇ ਕਿ ਹੁਣ ਉੱਥੇ ਬੁਲਾਵਾਂਗੇ। ਤਾਂ ਇਹ ਆਪਣੇ ਆਪ ਦੇ ਵਿੱਚ ਦੋ ਤਿੰਨ ਚੀਜ਼ਾਂ ਨੇ। ਪਹਿਲੀ ਗੱਲ ਕਿ ਇਹ ਖੁਲਾਸਾ ਕਰ ਰਹੇ ਨੇ ਕਿ ਕੁਝ ਰਿਕਾਰਡ ਦੇ ਵਿੱਚ ਦਰਜ ਘਰ ਸੀਗੇ ਜਿਹੜੇ ਉਹ ਵੀ ਢਾਹ ਦਿੱਤੇ ਗਏ। ਦੂਜੀ ਚੀਜ਼ ਜਿਹੜੀ ਹੈ ਕਿ ਜ਼ਿੰਮੇਵਾਰੀ ਫਿਕਸ ਨਹੀਂ ਹੋ ਪਾ ਰਹੀ ਕਿ ਮਸ਼ੀਨਰੀ ਕਿਹਨੇ ਘੱਲੀ ਸੀਗੀ। ਨਿਗਮ ਕਮਿਸ਼ਨਰ ਕਹਿੰਦਾ ਕਿ ਅਸੀਂ ਨਹੀਂ ਘੱਲੀ, ਡੀਸੀ ਹੈ ਜਿਹੜਾ ਉਹਨੂੰ ਕੋਈ ਰਿਕਾਰਡ ਨਹੀਂ ਦੇ ਪਾ ਰਿਹਾ ਟਰਸਟ, ਯਾਨੀ ਟਰਸਟ ਹੈ ਜਿਹੜਾ ਉਹਦੇ ਤੇ ਵੀ ਟਰਸਟ ਥੋੜਾ ਜਿਹਾ ਔਖਾ ਲੱਗ ਰਿਹਾ। ਤਾਂ ਤੀਜੀ ਗੱਲ ਇਹਦੇ ਚ ਕਿ ਵੇਖੋ ਭਾਜਪਾ ਇਨਵੋਲਵ ਹੋ ਗਈ। ਮੇਨ ਮੁੱਦੇ ਦੀ ਜਿਹੜੀ ਗੱਲ ਹੈ ਕਿ ਅੱਗੇ ਆਪਾਂ ਸੈਂਡ ਮਾਫੀਆ ਦੇ ਮਾਮਲੇ ਦੇ ਵਿੱਚ ਵੀ ਦੇਖਿਆ, ਜਿਹੜਾ ਸ਼ਬਦ ਕਥੇ ਤੌਰ ਤੇ ਇਸਤੇਮਾਲ ਹੁੰਦਾ ਹੈ ਕਿ ਇਲੀਗਲ ਮਾਈਨਿੰਗ ਦੇ ਵਿੱਚ ਵੀ ਕੁਝ ਹੋਇਆ ਸੀਗਾ, ਕੰਫਲਿਕਟ ਹੋਇਆ ਸੀ ਇੱਕ ਦੋ ਪਿੰਡਾਂ ਦਾ, ਤਾਂ ਉੱਥੇ ਵੀ ਭਾਜਪਾ ਇਨਵੋਲਵ ਹੋ ਗਈ ਸੀਗੀ। ਅਸੀਂ ਉਦੋਂ ਵੀ ਗੱਲਾਂ ਕਰ ਰਹੇ ਸੀ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਕਿ ਭਾਜਪਾ ਅਹਿਮ ਮੁੱਦਿਆਂ ਦੇ ਵਿੱਚ ਕੁੱਦ ਰਹੀ ਹੈ, ਚਾਹੇ ਉਹ ਧਰਮ ਪਰਿਵਰਤਨ ਵਰਗਾ ਇੱਕ ਧਾਰਮਿਕ ਮੁੱਦਾ ਹੋਵੇ, ਤਾਂ ਦੂਸਰੇ ਪਾਸੇ ਜੇ ਤੁਸੀਂ ਦੇਖੋਗੇ ਇਹ ਇੱਕ ਐਸਾ ਮੁੱਦਾ ਜਿਹੜਾ ਕਿ ਸਰੋਕਾਰਾਂ ਦੇ ਨਾਲ ਜੁੜਿਆ, ਜੋ ਸਮਾਜੀ ਸਰੋਕਾਰ ਹੁੰਦੇ ਨੇ, ਤਾਂ ਉਹਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਨੇ ਬਿੰਦ ਝੱਟ ਨਹੀਂ ਲਾਇਆ। ਉਹਨਾਂ ਦੇ ਕੇਂਦਰੀ ਮੰਤਰੀ ਤੋਂ ਲੈ ਕੇ ਜਿਹੜੇ ਐਸਸੀ ਕਮਿਸ਼ਨ ਦੇ ਚੇਅਰਮੈਨ ਤੱਕ ਹੈ, ਉਹਨਾਂ ਵੀ ਜਲੰਧਰ ਦੇ ਵਿੱਚ ਆ ਕੇ ਡੇਰਾ ਲਾ ਲਿਆ। ਜੀ, ਇਸ ਤੋਂ ਇਲਾਵਾ ਡਰੱਗ ਦੇ ਮੁੱਦੇ ਤੇ ਅਮਿਤ ਸ਼ਾਹ ਨੇ ਵੀ ਸਦਨ 'ਚ ਜਵਾਬ ਦਿੱਤਾ ਹੈਗਾ ਮਿੰਟੂ ਜੀ। ਹਾਂਜੀ, ਇਹ ਵੀ ਕਾਫੀ ਵੱਡੀ ਖਬਰ ਹੈ ਅੱਜ ਦੀ। ਇਹਨਾਂ ਨੇ 50 ਮਿੰਟ ਜਵਾਬ ਦਿੱਤਾ ਡਰੱਗ ਤੇ। ਇਹਦੇ ਵਿੱਚ ਇਹਨਾਂ ਨੇ ਕਿਹਾ ਕਿ ਜ਼ੀਰੋ ਟੋਲਰੈਂਸ ਅਸੀਂ ਇਸ ਮੁੱਦੇ ਤੇ ਅਪਣਾਵਾਂਗੇ। ਦੂਸਰੀ ਚੀਜ਼ ਇਹਨਾਂ ਨੇ ਕਹੀ ਹੈ ਕਿ ਜਿਹੜੇ ਲੋਕ BSF ਦੇ ਵਧੇ ਅਧਿਕਾਰ ਖੇਤਰ ਦੀ ਮੁਖਾਲਫਤ ਕਰਦੇ ਸਨ, ਐਕਚੁਅਲ ਦੇ ਵਿੱਚ ਉਹ ਨਸ਼ਾ ਤਸਕਰਾਂ ਦਾ ਹੀ ਸਾਥ ਦੇ ਰਹੇ ਨੇ। ਤੀਜੀ ਗੱਲ ਜਿਹੜੀ ਇਹਨਾਂ ਨੇ ਕਹੀ ਹੈ ਕਿ 70% ਡਰੱਗ ਜਿਹੜਾ ਇੰਡੀਆ 'ਚ ਆ ਰਿਹਾ ਵਾ ਉਹ ਪੋਰਟ ਜਾਂ 에ਅਰਪੋਰਟ ਦੇ ਰੂਟ ਰਾਹੀਂ ਆ ਰਿਹਾ। ਇਹ ਇੱਕ ਵੱਡਾ ਫੈਕਟ ਹੈ ਜਿਹੜਾ ਇਹਨਾਂ ਨੇ ਗਿਣਾਇਆ। ਇਸ ਤੋਂ ਇਲਾਵਾ ਇਹਨਾਂ ਨੇ ਕਿਹਾ ਕਿ ਦੇਖੋ ਗੱਲ ਇਹ ਹੈ ਕਿ ਸਟੇਟ ਦੀਆਂ ਜਿਹੜੀਆਂ ਏਜੰਸੀਆਂ ਨੇ ਜਾਂ ਜਿਹੜੀਆਂ ਕੌਮੀ ਏਜੰਸੀਆਂ ਨੇ, ਕੇਂਦਰੀ ਏਜੰਸੀਆਂ ਨੇ, ਕਿ ਇਹਨਾਂ ਦਾ ਆਪਸ ਦੇ ਵਿੱਚ ਤਾਲਮੇਲ ਬਹੁਤ ਜ਼ਰੂਰੀ ਹੈ। ਨਾਲ ਉਹਨਾਂ ਨੇ ਕਿਹਾ ਕਿ 2 ਸਾਲ ਸਾਨੂੰ ਦੇ ਦਿਓ ਔਖੇ ਸੌਖੇ, ਉਦੋਂ ਬਾਅਦ ਲੱਭਣ ਨਹੀਂ ਦਿਆਂਗੇ ਅਸੀਂ, ਮਤਲਬ ਕਿ ਵੱਡਾ ਦਾਅਵਾ ਕੀਤਾ। ਤੇ ਨਾਲ ਉਹਨਾਂ ਨੇ ਕਿਹਾ ਕਿ ਦੇਖੋ BSF ਜਾਂ ਆਰਮੀ ਇਹਨਾਂ ਨੂੰ ਹੋਰ ਅਧਿਕਾਰ ਦੇਣ ਦੀ ਲੋੜ ਹੈ ਇਸ ਮਾਮਲੇ ਦੇ ਵਿੱਚ। ਇਹ ਮੋਟੀਆਂ ਗੱਲਾਂ ਨੇ, ਬਾਕੀ ਤੇ ਤੁਹਾਨੂੰ ਪਤਾ ਹੀ ਆ 50 ਮਿੰਟ ਦੀ ਸਪੀਚ ਹੈ ਤਾਂ ਬਹੁਤ ਕੁਝ ਬੋਲਿਆ ਜਾਂਦਾ ਹੈ। ਤਾਂ ਇਹਦਾ ਮਤਲਬ ਕੀ ਹੈ ਕਿ 70% ਵਾਲਾ ਜਿਹੜਾ ਫੈਕਟ ਉਹ ਰੱਖ ਰਹੇ ਨੇ, ਤਾਂ ਉਹ ਫੈਕਟ ਬਿਲਕੁਲ
ਠੀਕ ਹੋ ਸਕਦਾ ਹੈ, ਕਿਉਂਕਿ ਇਹੋ ਜਿਹਾ ਹੀ ਅੰਦਾਜ਼ਾ ਸਾਡੇ ਵਰਗਿਆਂ ਦਾ ਹੈ ਕਿ ਇਧਰੋਂ ਬਾਰਡਰ ਪਾਰ ਤੋਂ ਆ ਤਾਂ ਰਿਹਾ ਹੈ, ਪਰ ਇੰਨਾ ਜ਼ਿਆਦਾ ਨਹੀਂ, ਕਿਉਂਕਿ ਸਖਤਾਈ ਵਗੈਰਾ ਖਾਸੀ ਹੈ ਇੱਧਰ। ਹਾਲਾਂਕਿ ਡਰਾਨ ਅੱਜ ਕੱਲ੍ਹ ਜ਼ਿਆਦਾ ਉੱਡ ਰਹੇ ਨੇ, ਪਰ ਦੂਸਰੇ ਪਾਸੇ ਜਿਹੜਾ ਨਸ਼ਾ ਜ਼ਿਆਦਾ ਪੰਜਾਬ ਦੇ ਵਿੱਚ ਡਿੱਗ ਰਿਹਾ ਉਹ ਇਧਰੋਂ ਹੀ ਡਿੱਗ ਰਿਹਾ ਹੈ, ਜਿਹੜਾ ਕਿ ਵਾਇਆ ਦਿੱਲੀ ਹੋ ਕੇ ਆਉਂਦਾ ਹੈ। ਤਾਂ ਇਹਤੇ ਤੇ ਮੋਹਰ ਲਾ ਦਿੱਤੀ ਹੈ ਅੱਜ ਅਮਿਤ ਸ਼ਾਹ ਹੋਰਾਂ ਨੇ। ਤਾਂ ਇਹਦੇ ਵਿੱਚ ਇੱਕ ਚੀਜ਼ ਹੋਰ ਮੈਂ ਐਡ ਆਨ ਕਰ ਦੇਵਾਂ ਕਿ ਅੱਜ ਸਿਮਰਨਜੀਤ ਸਿੰਘ ਮਾਨ ਵੀ ਬੋਲ ਰਹੇ ਸਨ ਨਸ਼ੇ ਦੇ ਮੁੱਦੇ ਤੇ। ਉਹ ਕਹਿੰਦੇ ਕਿ ਯਾਰ ਸਾਨੂੰ ਫੀਮ ਬੀਜਣ ਦੀ ਇਜਾਜ਼ਤ ਦੇ ਦਿਓ, ਬਸ ਕੰਮ ਹੀ ਨਿਬੇੜ ਦਿਓ। ਤਾਂ ਉੱਥੇ ਜਿਹੜੇ ਡੋਡਿਆਂ ਦੇ ਸ਼ਾਇਕੀਨ ਆ ਤੇ ਉਹਨਾਂ ਦੀਆਂ ਤੇ ਅੱਖਾਂ ਖਿੜ ਗਈਆਂ। ਗਾਣਾ ਸੀ ਨਾ ਪੈਰੋਡੀ ਵਾਲਾ ਕਿ ਮਿਲਦੀ ਨਹੀਂ ਚੰਦਰੀਏ ਪਿਓਰ ਬਾਰਡਰ ਦੀ ਭੁੱਖੀ। ਅੱਜ ਕੱਲ ਭੁੱਖੀ ਦੀ ਇੱਥੇ ਤੋੜ ਬੜੀ ਰਹਿੰਦੀ ਆ ਪੰਜਾਬ ਦੇ ਵਿੱਚ, ਤੇ ਮਿਲਦੀ ਜਿੱਥੇ ਮਿਲਦੀ ਮਿਲਾਵਟ ਵਾਲੀ ਤੇ ਮਿਲਦੀ ਵੀ ਬੜੀ ਮਹਿੰਗੀ ਆ। ਤੇ ਜਿਵੇਂ ਹੀ ਬਿਆਨ ਟੈਲੀਵਿਜ਼ਨ ਤੇ ਆਇਆ ਤਾਂ ਬਾਈ ਲੋਕ ਤਾਂ ਬਹੁਤ ਹਮਾਇਤ ਕਰ ਰਹੇ ਸੀ ਕਿ ਵਾਹ ਮਾਨ ਸਾਹਿਬ ਅੱਜ ਤੁਸੀਂ ਦਿਲ ਹੀ ਲੁੱਟ ਲਿਆ, ਦਿਲ ਲੁੱਟ ਲਿਆ। ਤਾਂ ਖੈਰ ਉਹਨਾਂ ਨੇ ਇੱਕ ਗੱਲ ਨਾਲ ਇਹ ਵੀ ਕਹੀ ਹੈ ਕਿ ਸਾਨੂੰ ਡਰਗੀ ਕਹਿ ਕੇ ਜਾਂ ਸ਼ਰਾਬੀ ਕਹਿ ਕੇ ਭੰਡਿਆ ਜਾਂਦਾ ਹੈ ਪੰਜਾਬੀਆਂ ਨੂੰ, ਪਰ ਬਾਰਡਰ ਤੇ ਲੜਦਾ ਕੌਣ ਹੈ ਚੀਨੀਆਂ ਦੇ ਨਾਲ, ਇਹ ਤਾਂ ਦੇਖੋ ਨਾ। ਸੋ ਇਹ ਗੱਲਾਂ ਜਿਹੜੀਆਂ ਅੱਜ ਨਸ਼ੇ ਦੇ ਮੁੱਦੇ ਤੇ ਖੁੱਲ ਕੇ ਹੋਈਆਂ। 50 ਮਿੰਟ ਦੀ ਸਪੀਚ ਸੀਗੀ, ਜਦੋਂ ਕਿਸੇ ਵਿਰੋਧੀ ਮੈਂਬਰ ਪਾਰਲੀਮੈਂਟ ਨੇ ਟੋਕਿਆ ਤਾਂ ਅਮਿਤ ਸ਼ਾਹ ਗੁੱਸੇ ਦੇ ਵਿੱਚ ਬਹਿ ਕੇ ਕਹਿੰਦੇ ਕਿ ਤੂੰ ਬੋਲਾ। ਫਿਰ ਹਾਲਾਂਕਿ ਬਾਅਦ ਦੇ ਵਿੱਚ ਉਹਨਾਂ ਨੇ ਗੁੱਸਾ ਝਾੜਿਆ ਤੇ ਫਿਰ ਉੱਠ ਕੇ ਆਪਣੀ ਸਪੀਚ ਜਿਹੜੀ ਆ ਉਹਨਾਂ ਨੇ ਦੁਬਾਰਾ ਸਟਾਰਟ ਕੀਤੀ। ਜੀ ਤੇ ਮਿੰਟੂ ਜੀ, ਖਹਿਰਾ ਨੇ ਰਾਜਪਾਲ ਨੂੰ ਕੋਈ ਪੱਤਰ ਲਿਖਿਆ? ਸੁਖਪਾਲ ਖਹਿਰਾ ਹੋਰਾਂ ਨੇ ਇੱਕ ਪੱਤਰ ਲਿਖਿਆ। ਦੇਖੋ ਕੀ ਹੈ ਕਿ ਪਿਛਲੇ ਦਿਨੀ ਐਲਜੀ ਜਿਹੜੇ ਹੈਗੇ ਨੇ ਲੈਫਟੀਨੈਂਟ ਗਵਰਨਰ ਹੈਗੇ ਨੇ ਦਿੱਲੀ ਦੇ ਵਿੱਚ, ਜਿਨ੍ਹਾਂ ਦੇ ਨਾਲ ਸੀਡੀ ਸਿਆਪਾ ਇਹਨਾਂ ਦਾ ਚੱਲਦਾ ਰਹਿੰਦਾ, ਤਾਂ ਉਹਨਾਂ ਨੇ ਹੁਕਮ ਦਿੱਤਾ ਸੀਗਾ ਕਿ 97 ਕਰੋੜ ਰੁਪਈਆ ਇਹਨਾਂ ਤੋਂ ਵਸੂਲਿਆ ਜਾਵੇ, ਕਿਉਂਕਿ ਇਹਨਾਂ ਨੇ ਜਿਹੜੀ ਇਸ਼ਤਿਹਾਰਬਾਜ਼ੀ ਕੀਤੀ ਹੈ ਅਖਬਾਰਾਂ ਦੇ ਵਿੱਚ, ਉਹ ਇਸ਼ਤਿਹਾਰਬਾਜ਼ੀ ਇਸ ਤਰ੍ਹਾਂ ਦੀ ਹੈ ਕਿ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ, ਮਤਲਬ ਕਿ ਪੈਸਾ ਤਾਂ ਗਿਆ ਟੈਕਸ ਪੇਅਰਸ ਦਾ, ਤੇ ਇਹਨਾਂ ਨੇ ਚੱਕ ਕੇ ਆਪਣੇ ਵਿਰੋਧੀਆਂ ਤੇ ਹੀ ਨਿਸ਼ਾਨੇ ਲਾ ਕੇ ਮਤਲਬ ਕਿ ਕੰਮ ਲਿਆ ਸਿਆਸੀ। ਤਾਂ ਇਸੇ ਤਰ੍ਹਾਂ ਦਾ ਹੀ ਇੱਕ ਇਹਨਾਂ ਨੇ ਲੈਟਰ ਲਿਖਿਆ ਹੈ ਇਸੇ ਹੀ ਸੰਦਰਭ ਦੇ ਵਿੱਚ ਕਿ ਭਾਈ ਇਹ ਐਕਸ਼ਨ ਲੈਣਾ ਚਾਹੀਦਾ ਇਹਨਾਂ ਤੇ ਵੀ, ਕਿਉਂਕਿ ਇਹਨਾਂ ਨੇ ਵੀ ਇਸ ਤਰ੍ਹਾਂ ਦੀ ਇਸ਼ਤਿਹਾਰਬਾਜ਼ੀ ਕੀਤੀ ਹੈ ਕਿ ਟੈਕਸ ਪੇਅਰਸ ਦੇ ਪੈਸੇ ਦੇ ਨਾਲ ਹਿਮਾਚਲ ਗੁਜਰਾਤ ਵਾਸਤੇ ਸੈਂਕੜੇ ਕਰੋੜ ਰੁਪਏ ਦੇ ਇਸ਼ਤਿਹਾਰ ਜਿਹੜੇ ਆ ਉਹ ਦਿੱਤੇ ਗਏ ਨੇ। ਤਾਂ ਇਹਦੇ ਤੇ ਉਹਨਾਂ ਨੇ ਐਕਸ਼ਨ ਮੰਗਿਆ ਵਾ। ਤੇ ਜੇ ਇਧਰੋਂ ਵੀ ਮੰਨ ਲਓ ਕੋਈ ਹੋ ਜਾਂਦੀ ਇਨਕੁਆਰੀ, ਕਿਉਂਕਿ ਦੇਖੋ ਇੱਥੇ ਸੁਪਰੀਮ ਕੋਰਟ ਦੀ ਇੱਕ ਗਾਈਡਲਾਈਨ ਹੈਗੀ ਆ, ਉਹਦੇ ਮੁਤਾਬਕ ਕਮੇਟੀ ਬਣ ਜਾਂਦੀ ਹੈ। ਜੇਕਰ ਉਹ ਕਮੇਟੀ ਇੱਥੇ ਜਾਂਚ ਪੜਤਾਲ ਕਰਦੀ ਹੈ ਤੇ ਜੇ ਇਹ ਸਾਰਾ ਕੁਝ ਪਾਇਆ ਜਾ ਸਕਦਾ ਤੇ ਇਧਰੋਂ ਵੀ ਵਸੂਲੀ ਹੋ ਸਕਦੀ ਹੈ, ਵੱਡੀ ਗੱਲ ਨਹੀਂ ਹੈ। ਕਿਉਂਕਿ ਵਸੂਲੀ ਭਾਵੇਂ ਲਟਕ ਜਾਵੇ, ਸਰਕਾਰਾਂ ਦੇ ਮਸਲੇ ਹੁੰਦੇ ਨੇ ਪ੍ਰਵੇਸ਼ ਜੀ, ਪਰ ਹੁੰਦਾ ਕੀ ਹੈ ਕਿ ਇੱਕ ਵਾਰੀ ਤੁਹਾਡੀ ਫਜ਼ੀਅਤ ਜ਼ਰੂਰ ਹੋ ਜਾਂਦੀ ਹੈ, ਤੁਹਾਡੀ ਸਥਿਤੀ ਜਿਹੜੀ ਹੈ ਨਮੋਸ਼ੀਜਨਕ ਹੋ ਜਾਂਦੀ ਹੈ। ਇਹ ਤੇ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਇਹਨਾਂ ਲੋਕਾਂ ਨੇ, ਜਿਨ੍ਹਾਂ ਲੋਕਾਂ ਨੇ ਭੰਡੇ ਸੀਗੇ ਤੇ ਫਲਾਣੇ ਮਾੜੇ ਪਹਿਲੇ ਮਹੀਨੇ ਪਹਿਲੀ ਸੱਟੇ ਹੀ 24 ਕਰੋੜ ਦੇ ਇਸ਼ਤਿਹਾਰ ਦਿੱਤੇ ਸਨ ਜੀ, ਔਰ ਬਾਅਦ ਦੇ ਵਿੱਚ ਤਾਂ ਲਾਂਭੀ ਠਾ ਦਿੱਤੀ, ਜਿਵੇਂ ਕਹਿੰਦੇ ਨਾ ਗਰਦ ਹੀ ਠਾ ਦਿੱਤੀ ਇਸ਼ਤਿਹਾਰਾਂ ਦੀ। ਔਰ ਇਸ਼ਤਿਹਾਰ ਵੀ ਕੀ ਕਿ ਗੁਜਰਾਤ ਦੇ ਵਿੱਚ ਛਪ ਰਹੇ ਆ। ਕੀ ਛਪ ਰਿਹਾ? ਆਖੇ ਜੀ ਅਸੀਂ ਬਜਟ ਵਾਸਤੇ ਸੁਝਾਅ ਮੰਗਦੇ ਆ ਜੀ। ਦੱਸੋ ਇੱਕ ਗੁਜਰਾਤੀ ਨੇ ਇੱਥੇ ਬਜਟ ਦੇ ਵਿੱਚੋਂ ਕੀ ਲੈਣੇ ਆ? ਇਹ ਚੀਜ਼ਾਂ ਜਿਹੜੀਆਂ ਨੇ ਉਹ ਦੇਖੋ ਹੈ ਤੇ ਗਲਤ ਨੇ। ਆ ਚੰਨੀ ਸਾਹਿਬ ਦਾ ਵੀ ਡਾਟਾ ਅਸੀਂ ਮੰਗਾਇਆ ਸੀਗਾ ਤੇ ਚੰਨੀ ਸਾਹਿਬ ਦੇ ਵੀ 100 ਦਿਨ ਦੇ ਵਿੱਚ ਜੇ ਤੁਸੀਂ ਵੇਖੋਗੇ ਤਾਂ ਲਗਭਗ 100 ਤੋਂ 150 ਕਰੋੜ ਤੱਕ ਦੇ ਇਸ਼ਤਿਹਾਰ ਨੇ। ਤਾਂ ਇਸ ਮਾਮਲੇ ਦੇ ਵਿੱਚ ਹੋ ਕੀ ਰਿਹਾ ਪ੍ਰਵੇਸ਼ ਜੀ? ਸਿੰਪਲ ਗੱਲ ਹੈ, ਇੰਡੀਆ ਦੇ ਵਿੱਚ ਚੱਲਦਾ ਕੀ ਆ? ਇਹ ਇੱਕ ਤੇ ਹੈ ਕਿ ਕਮਿਸ਼ਨ ਵਾਲੀ ਖੇਡ ਹੈ, ਇਸ਼ਤਿਹਾਰ ਦਿੱਤੇ ਜਾਂਦੇ ਨੇ, ਵਿੱਚੋਂ ਕਮਿਸ਼ਨ ਲਿਆ ਜਾਂਦਾ ਹੈ ਜਿਨ੍ਹਾਂ ਨੂੰ ਇਸ਼ਤਿਹਾਰ ਦਿੱਤੇ ਜਾਂਦੇ ਆ। ਸੈਕੰਡ ਚੀਜ਼ ਇਹ ਆ ਕਿ ਫਿਰ ਮੀਡੀਆ ਮੈਨੇਜਮੈਂਟ ਵੀ ਆ, ਜਿਹਨੂੰ ਇਸ਼ਤਿਹਾਰ ਖੁੱਲ ਕੇ ਦਿੱਤੇ ਜਾਂਦੇ ਖੁਸ਼ ਹੋ ਜਾਂਦਾ ਤੇ ਜਿਹੜਾ ਥੋੜਾ ਜਿਹਾ ਚੱਲਦਾ ਫਰੜਾ ਚੱਲਦਾ ਇਹਨਾਂ ਦੇ ਨਾਲ ਉਹਦੇ ਚੱਕ ਕੇ ਇਸ਼ਤਿਹਾਰ ਬੰਦ ਕਰ ਦਿੰਦੇ। ਮਤਲਬ ਕਿ ਇਸ਼ਤਿਹਾਰ ਨਹੀਂ ਇਹਨਾਂ ਵਾਸਤੇ ਤਾਂ ਹਥਿਆਰ ਬਣਿਆ ਖਲੋਤਾ ਕੰਮ ਜੀ। ਬਿਲਕੁਲ ਮਿੰਟੂ ਜੀ, ਖੁਸ਼ਨੁਮਾ ਖਬਰ ਸਾਂਝੀ ਕਰੋ ਅੱਜ ਦੀ। ਹਾਂ ਬਿਲਕੁਲ ਜੀ, ਯੂਨੀਵਰਸਿਟੀ ਬਿਜ਼ਨਸ ਸਕੂਲ ਦੀ MBA ਦੀ ਵਿਦਿਆਰਥਣ ਜਿਹੜੀ ਹੁਸ਼ਿਆਰਪੁਰ ਨਿਵਾਸੀ ਹੈ ਅੰਸ਼ੂ ਸੂਦ, ਉਹਨਾਂ ਨੂੰ ਤੋਲਾਰਾਮ ਕੰਪਨੀ ਨੇ 58 ਲੱਖ ਰੁਪਏ ਦਾ ਸਾਲਾਨਾ ਪੈਕੇਜ ਦਿੱਤਾ ਹੈ। ਤਾਂ ਇੱਕ ਸਧਾਰਨ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਨੇ ਇਹਨਾਂ ਦੇ ਫਾਦਰ, ਜਿਨ੍ਹਾਂ ਦੀ ਧੀ ਨੂੰ ਮਤਲਬ ਕਿ ਛੋਟੀ ਜਿਹੀ ਉਮਰ ਦੇ ਵਿੱਚ ਹੀ ਇਹ ਲੱਖਾਂ ਦਾ ਪੈਕੇਜ ਜਿਹੜਾ ਮਿਲਿਆ। ਤਾਂ ਖੈਰ ਇਹ ਵੀ ਇੱਕ ਖਬਰ ਜਿਹੜੀ ਹੈ ਸਾਨੂੰ ਇਸ ਪੱਖ ਤੋਂ ਥੋੜਾ ਸਕੂਨ ਦਿੰਦੀ ਹੈ ਕਿ ਆਮ ਤੌਰ ਤੇ ਜਿਵੇਂ ਸਾਨੂੰ ਭੰਡਿਆ ਜਾਂਦਾ ਹੈ ਜਾਂ ਜਿਵੇਂ ਅਸੀਂ ਚਿੰਤਤ ਹੁੰਦੇ ਆ ਕਿ ਸਾਰੇ ਬੱਚੇ ਇੱਧਰ ਜਾ ਰਹੇ ਜੀ ਉੱਧਰ ਜਾ ਰਹੇ, ਫਲਾਂ ਹੋ ਰਿਹਾ ਟਮਕਾ ਹੋ ਰਿਹਾ, ਬੱਚੇ ਜਿਹੜੇ ਆ ਉਹ ਦੂਰ ਭੱਜ ਰਹੇ ਮਿਹਨਤ ਤੋਂ, ਤਾਂ ਬਹੁਤ ਮਿਹਨਤਕਸ਼ ਬੱਚੇ ਇੱਥੇ ਸਾਡੇ ਹੈਗੇ ਵੀ ਆ, ਇਸ ਤਰ੍ਹਾਂ ਦੇ ਪੈਕੇਜ ਹਾਸਲ ਕਰ ਰਹੇ ਆ। ਤਾਂ ਇਹ ਕਰਿਆਨਾ ਚਲਾਉਣ ਵਾਲੇ ਇੱਕ ਬਾਪ ਦੀ ਧੀ ਨੂੰ 58 ਲੱਖ ਦਾ ਪੈਕੇਜ ਮਿਲਿਆ ਵਾ, ਜੌਬ ਮਿਲੀ ਹੈ। ਸੋ ਇਹਨਾਂ ਨੂੰ ਮੁਬਾਰਕਬਾਦ ਹੀ ਨਹੀਂ, ਦੂਸਰਿਆਂ ਵਾਸਤੇ ਵੀ ਆਪਾਂ ਕਹਿ ਸਕਦੇ ਹਾਂ ਕਿ ਬਈ ਉਹਨਾਂ ਵਾਸਤੇ ਵੀ ਸੰਦੇਸ਼ ਹੈ ਕਿ ਮਿਹਨਤ ਕਰੋ, ਸਭ ਕੁਝ ਪੋਸੀਬਲ ਹੈ। ਬਿਲਕੁਲ ਬਿਲਕੁਲ।